ਕਨੈਕਟ FM ਦੇ ਈਵਨਿੰਗ ਨਿਊਜ਼ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। ਕੋਵਿਡ-19 ਦੇ ਕਥਿਤ ਡਾਟਾ ਲੀਕ ਦੇ ਬਚਾਅ 'ਚ ਉਤਰੇ BC ਦੇ ਪ੍ਰੋਵਿੰਸ਼ੀਅਲ ਸਿਹਤ ਅਫਸਰ ਅਤੇ ਡਿਪਟੀ ਪ੍ਰੋਵਿੰਸ਼ੀਅਲ ਸਿਹਤ ਅਫਸਰ। BC 'ਚ ਵੈਕਸੀਨੇਸ਼ਨ ਦਾ ਅੰਕੜਾ 2 ਮਿਲੀਅਨ ਤੋਂ ਪਾਰ। ਅੱਜ 722 ਮਾਮਲੇ ਤੇ 7 ਮੌਤਾਂ ਹੋਈਆਂ ਰਿਪੋਰਟ। ਐਬਸਫੋਰਡ 'ਚ ਸਕੂਲ ਦੇ ਬਾਹਰ ਖੜੀ ਵਿਦਿਆਰਥਣ ਨੂੰ ਸ਼ੱਕੀ ਨੇ ਕਿਹਾ, ਗੱਡੀ 'ਚ ਬੈਠ ਜਾਓ, ਤੁਹਾਡੀ ਮਾਂ ਨੇ ਲੈਣ ਲਈ ਭੇਜਿਆ ਹੈ। ਹੁਣ ਹੋ ਰਹੀ ਘਟਨਾ ਦੀ ਜਾਂਚ। KT ਟੈਲਫੋਰਡ ਨੇ ਪਾਰਲੀਮੈਂਟਰੀ ਡਿਫੈਂਸ ਕਮੇਟੀ ਸਾਹਮਣੇ ਦਿੱਤੀ ਗਵਾਹੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੋਰੋਨਾ ਸੰਕਟ ਬਾਬਤ ਆਲ ਪਾਰਟੀ ਬੈਠਕ ਸੱਦਣ ਨੂੰ ਕਿਹਾ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। BC ਦੀਆਂ ਦੋ ਚੋਟੀ ਦੀਆਂ ਡਾਕਟਰਾਂ ਵੱਲੋਂ ਸੂਬਾ ਸਰਕਾਰ ਦੇ ਕੋਵਿਡ-19 ਦੇ ਡੇਟਾ ਦੇ ਲੀਕ ਹੋਏ ਦਸਤਾਵੇਜ਼ਾਂ ਦੇ ਸੰਬੰਧ ਵਿੱਚ ਆਪਣੇ ਦਫ਼ਤਰ ਦੀ ਮੌਜੂਦਾ ਨੀਤੀ ਦਾ ਬਚਾਅ ਕੀਤਾ ਗਿਆ। ਵੈਨਕੂਵਰ ਸਨ ਨੇ ਰਿਪੋਰਟ ਕੀਤਾ ਸੀ ਕਿ BC CDC ਦੀਆਂ ਲੀਕ ਹੋਈਆਂ ਰਿਪੋਰਟਸ ਵਿੱਚ ਨੇਬਰਹੁੱਡਸ ਵਿੱਚ ਕੋਵਿਡ-19 ਮਾਮਲਿਆਂ ਤੇ ਵੈਕਸੀਨੇਸ਼ਨ ਸੰਬੰਧੀ ਅਧਿਕਾਰੀਆਂ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਜਾਣਕਾਰੀ ਤੋਂ ਵਧੇਰੇ ਵੇਰਵੇ ਹਨ। ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੌਨੀ ਹੈਨਰੀ ਤੇ ਡਿਪਟੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਰੀਕਾ ਗੁਸਟਾਸਨ ਦਾ ਕਹਿਣਾ ਹੈ ਕਿ ਇਸ ਡਾਟਾ ਨੂੰ ਲੀਕ ਹੋਏ ਡਾਟਾ ਵਜੋਂ ਨਹੀਂ ਵੇਖਿਆ ਜਾ ਸਕਦਾ, ਕਿਉਂਕਿ ਇਹ ਡਾਟਾ ਕਿਸੇ ਨਾ ਕਿਸੇ ਰੂਪ ਵਿੱਚ ਅੱਗੇ ਉਪਲਬਧ ਕਰਵਾਇਆ ਜਾਣਾ ਹੀ ਸੀ। ਸੈਂਟਰ ਦੇ ਦਸਤਾਵੇਜ਼ਾਂ ਵਿੱਚ ਕੁਝ ਨੇਬਰਹੁੱਡਸ ਵਿੱਚ ਕੋਵਿਡ-19 ਦੇ ਵਧੇਰੇ ਸੰਕਰਮਣ ਦੀ ਜਾਣਕਾਰੀ ਦਿੱਤੀ ਗਈ ਸੀ, ਜਦਕਿ ਡਾਕਟਰ ਹੈਨਰੀ ਦਾ ਕਹਿਣਾ ਹੈ ਕਿ ਵਧੇਰੇ ਐਸੈਂਸ਼ੀਅਲ ਵਰਕਰਾਂ ਦੀ ਗਿਣਤੀ ਵਾਲੇ ਸ਼ਹਿਰ ਵਿੱਚ ਵਧੇਰੇ ਸੰਕਰਮਣ ਵੇਖਣ ਨੂੰ ਮਿਲੇ। ਯਾਦ ਰਹੇ, ਅੱਜ ਇਸ ਮਾਮਲੇ ਬਾਰੇ ਗੱਲਬਾਤ ਕਰਨ ਲਈ ਅਚਾਨਕ ਹੀ ਦੋਵਾਂ ਡਾਕਟਰਾਂ ਵੱਲੋਂ ਇੱਕ ਟੈਲੀ ਕਾਨਫਰੰਸ ਸੱਦੀ ਗਈ ਸੀ। We do release almost all of that information that was in some of the reports that were posted. It comes out in various different forms, but those were working copies where we had, for example, several different ways of looking at variants of concern, and we had a discussion about which is the one that's most meaningful. BC 'ਚ ਵੈਕਸੀਨ ਪ੍ਰਦਾਨ ਕਰਨ ਦੀ ਪ੍ਰਕਿਰਿਆ ਵਿੱਚ ਇੱਕ ਅਹਿਮ ਅੰਕੜਾ ਪਾਰ ਕਰ ਲਿਆ ਗਿਆ। ਸੂਬੇ 'ਚ 2 ਮਿਲੀਅਨ ਖੁਰਾਕਾਂ ਪ੍ਰਦਾਨ ਕੀਤੇ ਜਾਣ ਦਾ ਅੰਕੜਾ ਪਾਰ ਹੋ ਗਿਆ। ਹੁਣ ਤੱਕ ਸੂਬੇ 'ਚ ਕੁੱਲ 20,42,442 ਖੁਰਾਕਾਂ ਪ੍ਰਦਾਨ ਹੋ ਚੁੱਕੀਆਂ ਹਨ। BC 'ਚ ਕੋਵਿਡ-19 ਦੇ 722 ਮਾਮਲੇ ਰਿਪੋਰਟ ਹੋ ਚੁੱਕੇ ਹਨ। ਦੁੱਖ ਦੀ ਗੱਲ ਸੀ ਕਿ 7 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਵੀ ਦੱਸਿਆ ਗਿਆ। ਹੁਣ BC 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 1,34,341 ਤੱਕ ਪਹੁੰਚ ਗਈ ਹੈ। BC ਦੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੌਨੀ ਹੈਨਰੀ ਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1602 ਹੋ ਚੁੱਕੀ ਹੈ। BC 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 6,757 ਤੱਕ ਪਹੁੰਚ ਗਏ ਹੈ। ਕੁੱਲ 445 ਲੋਕ ਹਸਪਤਾਲ 'ਚ ਦਾਖਲ ਹੈ ਤੇ ਇਸ 'ਚ 157 ਨੂੰ ICU 'ਚ ਰੱਖਿਆ ਗਿਆ। ਅੱਜ ਗਿਲਫੋਰਡ ਕੋਲ ਕੋਵਿਡ-19 ਦੇ ਵੈਕਸੀਨੇਸ਼ਨ ਦੇ ਲਈ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਕੋਵਿਡ-19 ਸੰਬੰਧੀ ਵੈਕਸੀਨ ਹਾਸਲ ਕਰਨ ਲਈ ਇਸ ਇਲਾਕੇ ਵਿੱਚ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚ ਕੀਤੀ ਗਈ। ਫਰੇਜ਼ਰ ਹੈਲਥ ਵੱਲੋਂ ਸਰੀ ਦੇ ਵਧੇਰੇ ਪ੍ਰਭਾਵਿਤ ਇਲਾਕਿਆਂ ਵਿੱਚ ਕੋਵਿਡ-19 ਵੈਕਸੀਨ ਦੇ ਸ਼ਾਟਸ ਪ੍ਰਦਾਨ ਕੀਤੇ ਜਾਣ ਦੀ ਜਾਣਕਾਰੀ ਵੀਰਵਾਰ ਨੂੰ ਹੀ ਜਾਰੀ ਕਰ ਦਿੱਤੀ ਗਈ ਸੀ। ਅੱਜ ਐਬਸਫੋਰਡ ਅਤੇ ਬਰਨਬੀ 'ਚ ਵੀ ਕੋਵਿਡ-19 ਦੇ ਸ਼ਾਟ ਪ੍ਰਦਾਨ ਕੀਤੇ ਜਾ ਰਹੇ ਸਨ। ਫਰੇਜ਼ਰ ਹੈਲਥ ਵੱਲੋਂ ਟਵੀਟ ਕਰਕੇ ਵੀ ਦੱਸਿਆ ਗਿਆ ਸੀ ਕਿ 30 ਸਾਲ ਤੋਂ ਵਧੇਰੀ ਉਮਰ ਦੇ ਲੋਕ ਪਹੁੰਚ ਕਰ ਸਕਦੇ ਹਨ ਅਤੇ ਵੈਕਸੀਨ ਹਾਸਲ ਕਰ ਸਕਦੇ ਹਨ। ਐਬਸਫੋਰਡ ਪੁਲਿਸ ਦਾ ਕਹਿਣਾ ਹੈ ਕਿ ਅੱਜ ਸਵੇਰੇ ਕਰੀਬ 10:22 ਤੇ ਮਾਊਥ ਡਰਾਈਵ ਦੇ ਇਲਾਕੇ ਵਿੱਚ ਇੱਕ ਸ਼ੱਕੀ ਘਟਨਾ ਵਾਪਰੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ 14 ਸਾਲਾ ਸਕੂਲੀ ਵਿਦਿਆਰਥਣ ਉਸ ਨੂੰ ਲਿਜਾਣ ਲਈ ਕਿਸੇ ਦੀ ਉਡੀਕ ਕਰ ਰਹੀ ਸੀ, ਜਦ ਇੱਕ ਗੱਡੀ ਉਸ ਦੇ ਕੋਲ ਆ ਕੇ ਰੁਕੀ ਅਤੇ ਇੱਕ ਵਿਅਕਤੀ ਨੇ ਕਿਹਾ ਕਿ ਅੰਦਰ ਬੈਠ ਜਾਓ, ਤੁਹਾਡੀ ਮਾਂ ਨੇ ਤੁਹਾਨੂੰ ਲੈਣ ਲਈ ਭੇਜਿਆ ਹੈ। ਵਿਦਿਆਰਥਣ ਨੂੰ ਸ਼ੱਕ ਹੋਇਆ ਅਤੇ ਉਸ ਤੋਂ ਦੂਰ ਚਲੀ ਗਈ। ਵਾਹਨ ਚਾਲਕ ਕੁਝ ਸਮੇਂ ਲਈ ਗੱਡੀ ਰੋਕ ਕੇ ਖੜਾ ਰਿਹਾ ਅਤੇ ਫਿਰ ਉੱਥੋਂ ਨਿਕਲ ਗਿਆ। ਸ਼ੱਕੀ ਵਿਅਕਤੀ ਨੂੰ ਦੱਖਣੀ ਏਸ਼ੀਆਈ ਮੂਲ ਦਾ 40 ਤੋਂ 50 ਸਾਲ ਦੀ ਉਮਰ ਵਿਚਾਲੇ ਦਾ ਵਿਅਕਤੀ ਦੱਸਿਆ ਜਾ ਰਿਹਾ ਹੈ। ਪੀੜਤ ਵਿਦਿਆਰਥਣ ਦਾ ਕਹਿਣਾ ਸੀ ਕਿ ਸ਼ੱਕੀ ਦੀ ਅੰਗਰੇਜ਼ੀ ਕਾਫੀ ਕਮਜ਼ੋਰ ਜਾਪਦੀ ਸੀ। ਮਾਮਲੇ 'ਚ ਸ਼ਾਮਲ ਗੱਡੀ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ। ਇਸ ਗੱਡੀ ਦੀ ਲਾਇਸੈਂਸ ਪਲੇਟ ਤੇ N ਦਾ ਚਿੰਨ੍ਹ ਲੱਗੇ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਸੁਪਰਡੈਂਟ ਵੈਂਡੀ ਮਹਿਤ ਨੇ ਮੇਪਲ ਰਿਜ ਅਤੇ ਪਿਟ ਮੈਡੋਜ਼ ਦੇ ਮੇਅਰਸ ਦਾ ਭਰੋਸਾ ਜਿੱਤ ਲਿਆ। ਜਨਵਰੀ ਦੇ ਅੰਤ ਤੋਂ ਉਹ ਰਿਜ ਮੈਡੋਜ਼ RCMP ਦੀ ਐਕਟਿੰਗ ਆਫੀਸਰ ਇੰਚਾਰਜ ਦੀ ਭੂਮਿਕਾ ਨਿਭਾ ਰਹੀ ਸਨ। ਉਹਨਾਂ ਕੋਲ ਇਹ ਜ਼ਿੰਮੇਵਾਰੀ ਉਸ ਵੇਲੇ ਆਈ ਸੀ ਜਦ ਸਾਬਕਾ ਆਫੀਸਰ ਇੰਚਾਰਜ ਜੈਨੀਫਰ ਹਾਈਲੈਂਡ ਨੇ ਆਪਣੀਆਂ ਸੇਵਾਵਾਂ ਛੱਡ ਸਰੀ ਪੁਲਿਸ ਸਰਵਿਸ ਜੁਆਇਨ ਕਰ ਲਈ ਸੀ। ਹੁਣ ਮਹਿਤ ਨੇ ਇਹ ਜ਼ਿੰਮੇਵਾਰੀ ਪੂਰੀ ਤਰ੍ਹਾਂ ਸੰਭਾਲ ਲਈ ਹੈ ਅਤੇ ਉਹਨਾਂ ਨੂੰ ਐਕਟਿੰਗ ਇੰਚਾਰਜ ਦੀ ਜਗ੍ਹਾ ਆਫੀਸਰ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ।
BC ਦੇ ਜੌਬਸ, ਇਕਨੋਮਿਕ ਰਿਕਵਰੀ ਅਤੇ ਇਨੋਵੇਸ਼ਨ ਮੰਤਰੀ ਰਵੀ ਕਾਲੋ ਨੇ ਸਟੈਟਿਸਟਿਕਸ ਕੈਨੇਡਾ ਦੇ 2021 ਦੇ ਲੇਬਰ ਫੋਰਸ ਸਰਵੇਖਣ ਤੇ BC ਸੰਬੰਧੀ ਜਾਣਕਾਰੀ ਜਾਰੀ ਕੀਤੀ ਹੈ। ਉਹਨਾਂ ਦੱਸਿਆ ਕਿ BC ਨੇ ਅਪ੍ਰੈਲ ਦੇ ਮਹੀਨੇ ਵਿੱਚ 43,000 ਨੌਕਰੀਆਂ ਦਾ ਘਾਟਾ ਚੱਲਿਆ। ਅਜਿਹਾ ਉਸ ਵੇਲੇ ਹੋਇਆ ਜਦ ਸੂਬੇ ਦੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੌਨੀ ਹੈਨਰੀ ਨੇ ਵਧੇਰੇ ਪਾਬੰਦੀਆਂ ਦਾ ਐਲਾਨ ਕੀਤਾ ਸੀ, ਜਿਸ ਦਾ ਕਈ ਵਪਾਰਾਂ ਤੇ ਸਿੱਧਾ ਪ੍ਰਭਾਵ ਪਿਆ। ਉਹਨਾਂ ਦੱਸਿਆ ਕਿ ਇਸ ਘਾਟੇ ਦੇ ਨਾਲ ਸੂਬੇ 'ਚ ਲਗਾਤਾਰ 11 ਮਹੀਨੇ ਤੱਕ ਦਰਜ ਕੀਤੇ ਗਏ ਨੌਕਰੀਆਂ 'ਚ ਵਾਧੇ ਤੋਂ ਬਾਅਦ ਪਹਿਲੀ ਵਾਰ ਘਾਟਾ ਦਰਜ ਕੀਤਾ ਗਿਆ। ਹਾਲਾਂਕਿ BC ਬਾਕੀ ਵੱਡੇ ਸੂਬਿਆਂ ਮੁਕਾਬਲੇ ਜੌਬ ਰਿਕਵਰੀ ਵਿੱਚ ਬਿਹਤਰ ਪ੍ਰਦਰਸ਼ਨ ਕਰਦਾ ਆ ਰਿਹਾ। ਉਹਨਾਂ ਦੱਸਿਆ ਕਿ ਬੀਤੇ ਮਹੀਨੇ ਹੋਏ ਨੌਕਰੀਆਂ ਦੇ ਘਾਟੇ 'ਚ ਬਹੁਤੇ ਨੌਕਰੀਆਂ ਪਾਰਟ ਟਾਈਮ ਸਨ ਅਤੇ ਅਕੋਮੋਡੇਸ਼ਨ ਅਤੇ ਫੂਡ ਸਰਵਿਸਿਜ਼ ਖੇਤਰ ਅਤੇ ਇਨਫੋਰਮੇਸ਼ਨ, ਕਲਚਰ ਤੇ ਰੈਕਰੀਏਸ਼ਨ ਖੇਤਰ ਨਾਲ ਸੰਬੰਧਿਤ ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਚੀਫ ਆਫ ਸਟਾਫ ਕੇਟੀ ਟੈਲਫੋਰਡ ਨੇ ਹਾਊਸ ਆਫ ਕਾਮਨਸ ਡਿਫੈਂਸ ਕਮੇਟੀ ਸਾਹਮਣੇ ਗਵਾਹੀ ਦਿੱਤੀ ਹੈ। ਮਾਮਲਾ ਦੇਸ਼ ਦੇ ਸਾਬਕਾ ਡਿਫੈਂਸ ਮੁਖੀ ਜਨਰਲ ਜੋਨਾਥਨ ਵੈਂਸ ਖਿਲਾਫ ਲੱਗੇ ਜਿਨਸੀ ਬਦਸਲੂਕੀ ਦੇ ਇਲਜ਼ਾਮਾਂ ਨਾਲ ਸੰਬੰਧਿਤ ਹੈ। ਆਪਣੀ ਗਵਾਹੀ ਦੌਰਾਨ ਉਹਨਾਂ ਕਿਹਾ ਕਿ ਬੀਤੇ ਕੁਝ ਮਹੀਨਿਆਂ 'ਚ ਉਹਨਾਂ ਖੁਦ ਨੂੰ ਲਗਾਤਾਰ ਪੁੱਛਿਆ ਕਿ ਕੈਨੇਡਾ ਦੀਆਂ ਆਰਮਡ ਫੋਰਸਿਸ ਵਿੱਚ ਜਿਨਸੀ ਬਦਸਲੂਕੀ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਹੋਰ ਕਿਹੜੇ ਕਦਮ ਚੁੱਕੇ ਜਾ ਸਕਦੇ ਸਨ। ਉਹਨਾਂ ਕਿਹਾ ਕਿ ਜਦ ਇਸ ਮਾਮਲੇ ਦੀ ਜਾਣਕਾਰੀ ਉਹਨਾਂ ਨੂੰ ਮਿਲੀ ਸੀ ਤਾਂ ਉਹਨਾਂ ਦੇ ਦਫ਼ਤਰ ਨੂੰ ਇਲਜ਼ਾਮਾਂ ਬਾਰੇ ਤਾਂ ਪਤਾ ਲੱਗਿਆ ਸੀ, ਪਰ ਇਸ ਦੇ ਬਹੁਤੇ ਵੇਰਵੇ ਸਾਹਮਣੇ ਨਹੀਂ ਆਏ ਸਨ। ਉਹਨਾਂ ਕਿਹਾ ਕਿ ਇਸ ਸਾਲ ਫਰਵਰੀ ਵਿੱਚ ਇਸ ਮਾਮਲੇ ਦੀ ਪਬਲਿਕ ਰਿਪੋਰਟਿੰਗ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਮਾਮਲੇ ਸੰਬੰਧੀ ਵਧੇਰੇ ਵੇਰਵਿਆਂ ਬਾਰੇ ਪਤਾ ਲੱਗਿਆ। ਉਹਨਾਂ ਆਪਣੀ ਗਵਾਹੀ ਵਿੱਚ ਦੱਸਿਆ ਕਿ ਸ਼ੁਰੂਆਤ ਵਿੱਚ ਉਹਨਾਂ ਨੂੰ ਕਿਹਾ ਗਿਆ ਸੀ ਕਿ ਇਹ ਸਿਰਫ ਇੱਕ ਪਰਸਨਲ ਮਿਸਕੰਡਕਟ ਸੰਬੰਧੀ ਸ਼ਿਕਾਇਤ ਹੈ। ਉਹਨਾਂ ਕਿਹਾ ਕਿ ਪਹਿਲਾਂ ਰੱਖਿਆ ਮੰਤਰੀ ਕੋਲ ਸ਼ਿਕਾਇਤ ਪਹੁੰਚਾਈ ਗਈ ਸੀ, ਜਿਨ੍ਹਾਂ ਨੇ ਉਹਨਾਂ ਨਾਲ ਸਲਾਹ ਕੀਤੀ ਅਤੇ ਫਿਰ ਸ਼ਿਕਾਇਤ ਕਰਨ ਵਾਲੇ ਨੂੰ ਪ੍ਰੀਵੀ ਕਾਉਂਸਲ ਕੋਲ ਪਹੁੰਚ ਕਰਨ ਨੂੰ ਕਿਹਾ ਗਿਆ ਸੀ। ਉਹਨਾਂ ਕਿਹਾ ਕਿ ਇਸ ਮਾਮਲੇ 'ਚ ਸਹੀ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ ਸੀ। At the time, what I was wanting to ensure was done to protect the complainant was that the proper next steps were taken. And that's what I did immediately, and that's what I took seriously. And then there was no more information to be had, as I've told you, except for the fact that I did get assurance that there was not a safety issue. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਭਾਰਤ ਵਿੱਚ ਜਾਰੀ ਕੋਵਿਡ-19 ਦੇ ਸੰਕਟ ਲਈ ਕੈਨੇਡੀਅਨ ਲੋਕ ਵੀ ਚਿੰਤਤ ਹਨ। ਉਹਨਾਂ ਕਿਹਾ ਕਿ ਭਾਰਤ ਦੀ ਹਰ ਮੁਮਕਿਨ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਰੂਡੋ ਨੇ ਦੱਸਿਆ ਕਿ ਬੀਤੇ ਹਫ਼ਤੇ ਭਾਰਤੀ ਰੈੱਡ ਕਰਾਸ ਨੂੰ $10 ਮਿਲੀਅਨ ਦੀ ਮਦਦ ਦੇ ਐਲਾਨ ਤੋਂ ਬਾਅਦ ਇਸੇ ਹਫ਼ਤੇ ਐਂਟੀਵਾਇਰਲ ਡਰੱਗ ਅਤੇ ਹੋਰ ਮਦਦ ਵੀ ਭੇਜੀ ਗਈ ਹੈ। ਹਾਲਾਂਕਿ ਟਰੂਡੋ ਨੇ ਇਹ ਵੀ ਕਿਹਾ ਕਿ ਸਾਰੀ ਮਦਦ ਦੇਸ਼ ਦੀਆਂ ਵਾਧੂ ਡਰੱਗਸ ਅਤੇ ਉਪਕਰਨਾਂ ਆਸਰੇ ਕੀਤੀ ਜਾ ਰਹੀ ਹੈ ਅਤੇ ਇਸ ਦਾ ਦੇਸ਼ ਦੇ ਅੰਦਰ ਦੇ ਵਾਇਰਸ ਸੰਬੰਧੀ ਰਿਸਪੌਂਸ ਤੇ ਪ੍ਰਭਾਵ ਨਹੀਂ ਪਵੇਗਾ। Last week, we announced $10 million in support for the people of India through the Canadian Red Cross. This week, we sent a first cargo plane with antiviral medication and ventilators, and there will be more to come. Again, let me reassure everyone that what we're sending is surplus supplies, so it won't compromise our response here in Canada. ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੋਦੀ ਸਰਕਾਰ ਤੇ ਕੋਰੋਨਾ ਵਾਇਰਸ ਮਹਾਮਾਰੀ ਸੰਬੰਧੀ ਆਪਣੀਆਂ ਜ਼ਿੰਮੇਵਾਰੀਆਂ ਤੇ ਪਿੱਛੇ ਹਟਣ ਦਾ ਦੋਸ਼ ਲਾਇਆ। ਉਹਨਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੇ ਲੋਕਾਂ ਨੂੰ ਨਿਰਾਸ਼ ਕੀਤਾ। ਇਸ ਦੌਰਾਨ ਉਹਨਾਂ ਕਿਹਾ ਕਿ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਤੁਰੰਤ ਸਰਬ ਪਾਰਟੀ ਬੈਠਕ ਬੁਲਾਈ ਜਾਣੀ ਚਾਹੀਦੀ ਹੈ। ਸੋਨੀਆ ਗਾਂਧੀ ਨੇ ਕਿਹਾ, ਕੋਵਿਡ ਦਾ ਸੰਕਟ ਸਰਕਾਰ ਬਨਾਮ ਅਸੀਂ ਦੀ ਲੜਾਈ ਨਹੀਂ ਹੈ, ਬਲਕਿ ਅਸੀਂ ਬਨਾਮ ਕੋਰੋਨਾ ਦੀ ਲੜਾਈ ਹੈ।